उधर मान लो किसी ने घर लेना जानी ये चीज़ां सारियां किन्हां ते अपलाई हुंदियां NRIs ते भी अपलाई हुंदियां जां कल्ले भारती जिहड़े नागरिक ने उन्हां ते अपलाई हुंदियां जे 1 ਲੱਖ भेजना तो 1,20,000 देना 1,20,000 बैंक ਨੂੰ ਦੇਣਾ ਪਏਗਾ। ਜਿਵੇਂ ਤੁਸੀਂ ਕਿਹਾ ਸੀ ਕਿ 5% ਵੱਧ ਦਿੱਤਾ ਤੇ ਉਹ ਵਾਪਸ ਮੁੜਨਾ ਕੀ ਇਹ 20% ਵੀ ਵਾਪਸ ਮੁੜਨਾ 1 ਲੱਖ ਤੱਕ TCS ਨਹੀਂ ਹੋਏਗਾ ਜੀ 7 ਤੋਂ ਉੱਪਰ ਦਾ 1 ਅਕਤੂਬਰ ਤੋਂ 20% ਹੋ ਜਾਏਗੀ। ਕੋਲੇ ਪੈਨ ਨਹੀਂ ਜੇ ਤਾਂ ਪੈਨ ਹੈਗਾ ਉਹ ਰਿਟਰਨ ਭਰ ਦੂਗਾ ਤਾਂ ਵਾਪਸ ਆ ਜਾਏਗਾ ਜੇ ਪੈਨ ਨਹੀਂ ਹੈਗੇ ਤਾਂ ਫਿਰ ਵਾਪਸ ਨਹੀਂ ਹੋਣੇ ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਇਹ ਪਤਾ ਤੇ ਕੋਲ ਪੈਨ ਹੈ ਨਹੀਂ ਇਹਨੇ ਰਿਟਰਨ ਭਰਨੀ ਕੋਈ ਨਹੀਂ ਕਿ ਬਹੁਤ ਸਾਰੇ ਬੱਚੇ ਜਿਹੜੇ ਵਿਦੇਸ਼ ਗਏ ਉਹਨਾਂ ਦੇ ਮਾਪੇ ਟੈਕਸ ਨਹੀਂ ਭਰਦੇ ਸਿੱਧੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਨੂੰ ਫੀਸ ਜਮ੍ਹਾਂ ਕਰਾਵਾਂਗੇ ਉਸ 10 ਲੱਖ ਦੇ ਉੱਪਰ ਵੀ 2,20% ਦੇ ਹਿਸਾਬ ਨਾਲ ਦੇਣਾ ਮੇਰੇ ਅਕਾਊਂਟ 'ਚ TDS ਕੱਟਿਆ ਜਾ TCS ਕੱਟਿਆ ਜਾ ਲੈਣਾ ਉਹਨੇ ਅਲੱਗ ਕਰਨਾ ਉਹ ਜਿਹੜਾ TCS ਹੈ ਮੈਨੂੰ ਬਾਅਦ 'ਚ ਮੈਂ ਹੀ ਕਲੇਮ ਕਰ ਇਹ ਆਪਾਂ ਬੈਂਕ ਲੋਨ ਲੈ ਲੈਨੇ ਕਿ ਸਟੱਡੀ ਲੋਨ ਆ ਸਾਡਾ ਫਿਰ 0.5 ਫਿਰ 0. ਬੈਂਕ ਨੇ ਜਿਹੜਾ ਬੈਂਕ ਨੇ ਤੁਹਾਨੂੰ ਲੋਨ ਦਿੱਤਾ ਜੀ ਤੁਹਾਨੂੰ ਆਪਣੇ ਅਕਾਊਂਟ 'ਚ ਖਰਚਣ ਵਾਸਤੇ ਨਹੀਂ ਦੇਣਾ ਜੀ ਕਿ ਬੱਚਿਆਂ ਦੀਆਂ ਫੀਸਾਂ ਬਹੁਤ ਜਾਂ ਚੀਕਾਂ ਨਿਕਲੀਆਂ ਲੋਕਾਂ ਦੀਆਂ ਬਿਲਕੁਲ 2.5 ਲੱਖ $US ਤੱਕ ਵਿਦਆਊਟ ਪਰਮਿਸ਼ਨ ਆਫ RBI ਬੈਂਕਾਂ ਦੇ ਥਰੂ ਭੇਜ ਸਕਦੇ ਹੋ ਉਹ ਕਰੋੜ ਰੁਪਏ ਤੋਂ ਉੱਪਰ ਜਾਂਦਾ ਜਿਨ੍ਹਾਂ ਨੇ ਅਕਤੂਬਰ ਨਵੰਬਰ 'ਚ ਫੀਸਾਂ ਜਮ੍ਹਾਂ ਕਰਾਉਣੀਆਂ ਨੇ ਜੀ ਉਹਨਾਂ ਵਾਸਤੇ ਐਡਵਾਈਜ਼ੇਬਲ ਹੈ ਵੀ 30 ਸਤੰਬਰ ਤੋਂ ਪਹਿਲਾਂ ਭੇਜ ਦਿਓ ਪਿਛਲੇ ਦਿਨ ਇੱਕ ਪ੍ਰੋਗਰਾਮ ਅਸੀਂ ਕੀਤਾ ਸੀ ਐਡਵੋਕੇਟ ਦਲਜੀਤ ਸਿੰਘ ਛਾਬੜਾ ਸਾਹਿਬ ਦੇ ਨਾਲ ਤੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਯਤਨ ਕੀਤਾ ਸੀ ਕਿ ਜਦੋਂ ਪੰਜਾਬੀ ਮੂਲ ਦੇ ਲੋਕ ਵਿਦੇਸ਼ ਜਾਂਦੇ ਆ ਹਵਾਈ ਅੱਡੇ ਦੇ ਰਾਹੀਂ ਜਾਂ ਵਿਦੇਸ਼ੋਂ ਆਉਂਦੇ ਆ ਭਾਰਤ ਤੇ ਕਿੰਨੇ ਪੈਸੇ ਲਿਆ ਸਕਦੇ ਆ ਖਾਸ ਤੌਰ ਦੇ ਉੱਤੇ ਸੋਨੇ ਦਾ ਬਹੁਤ ਰੌਲਾ ਪੈਂਦਾ ਹੁੰਦਾ ਕਸਟਮ ਕਿੱਥੇ ਲੱਗਦਾ ਕਿੱਥੇ ਨਹੀਂ ਲੱਗਦਾ ਤੁਸੀਂ ਪ੍ਰੋਗਰਾਮ ਬਹੁਤ ਪਸੰਦ ਕੀਤਾ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਅਸੀਂ ਸਫਲ ਹੋਏ ਤੇ ਅੱਜ ਇੱਕ ਵਾਰ ਫਿਰ ਅਸੀਂ ਐਡਵੋਕੇਟ ਦਲਜੀਤ ਸਿੰਘ ਛਾਬੜਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਭਾਈ ਆਇਓ ਤੇ ਉਹ ਆਏ ਨੇ ਟੌਪਿਕ ਕਿਹੜਾ ਮੈਂ ਬਾਅਦ 'ਚ ਦੱਸਦਾ ਪਹਿਲਾਂ ਸਵਾਗਤ ਕਰਦੇ ਹਾਂ ਛਾਬੜਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਟ ਸਾਹਿਬ ਠੀਕ ਠਾਕ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ ਤੁਸੀਂ ਆਏ ਕੋਏ ਦਰਸ਼ਕਾਂ ਦੇ ਰੂਬਰੂ ਕਰਾ ਦਿੰਦੇ ਹੋ ਨਹੀਂ ਮਿਹਰਬਾਨੀ ਜੀ ਕਿਉਂਕਿ ਤੁਹਾਡੀ ਜਾਣਕਾਰੀ ਜਿਹੜੀ ਹੈ ਸਾਡੇ ਕੰਮ ਆਉਂਦੀ ਹੈ ਜੀ ਤੇ ਸਾਡੇ ਤੋਂ ਭਾਵ ਪ੍ਰਾਈਮੇਸ਼ੀ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦੇ ਲਓ ਜੀ ਛਾਬੜਾ ਸਾਹਿਬ ਇੱਕ ਸਵਾਲ ਜਿਹੜਾ ਪ੍ਰਾਈਮੇਸ਼ੀ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੇ ਬਹੁਤ ਵਾਰ ਸਾਨੂੰ ਪੁੱਛਿਆ ਜੀ ਜੀ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਤੁਹਾਨੂੰ ਅੱਜ ਸਵਾਲ ਕਰਨੇ ਆ ਕਿਉਂਕਿ ਵਿਦੇਸ਼ ਨੂੰ ਪੈਸੇ ਭੇਜਣੇ ਹੁੰਦੇ ਆ ਬੱਚੇ ਗਏ ਹੋਏ ਨੇ ਉਹਨਾਂ ਦੀ ਫੀਸ ਦੇਣੀ ਆ ਵਰਕ ਪਰਮਿਟ ਦੇ ਉੱਤੇ ਬੰਦਾ ਗਿਆ ਤੇ ਕਈ ਵਾਰੀ ਤਨਖਾਹ ਉਨੀ ਕੁ ਹੁੰਦੀ ਆ ਨਿਆਣੇ ਨਿੱਕੇ ਨਾਲ ਹੁੰਦੇ ਆ ਘਰੋਂ ਪੈਸੇ ਜਾਣੇ ਆ ਕਈ ਵਾਰੀ ਇਹ ਵੀ ਹੁੰਦਾ ਕਿ ਜਦੋਂ ਬੰਦਾ ਪੱਕਾ PR ਵੀ ਹੋ ਗਿਆ ਤੇ ਉਹਨੇ ਉੱਥੇ ਘਰ ਖਰੀਦਣਾ ਤੇ ਉੱਥੇ ਡਾਊਨ ਪੇਮੈਂਟ ਇਕੱਠੀ ਨਹੀਂ ਹੁੰਦੀ ਬਿਆਨਾ ਇਕੱਠਾ ਨਹੀਂ ਹੁੰਦਾ ਤੇ ਬੰਦਾ ਇਧਰੋਂ ਕਹਿੰਦਾ ਯਾਰ 4 ਛਿੱਲੜ ਭੇਜ ਦਿਓ ਚਾਹੇ ਕੁਝ ਵੇਚ ਕੇ ਭੇਜ ਦਿਓ ਨਾ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਭਾਈ ਜਦੋਂ ਪੈਸੇ ਭੇਜੀਦੇ ਆ ਤਾਂ ਕਾਨੂੰਨੀ ਸਹੀ ਰਾਹ ਕਿਹੜਾ ਕਿਉਂਕਿ ਮੇਰੇ ਵਰਗੇ ਸਲਾਹਾਂ ਕੱਚ ਘਰੜ ਦੇਣ ਨੂੰ ਬਹੁਤ ਹੁੰਦੇ ਆ ਤੇ ਦੂਸਰੀ ਗੱਲ ਕਿ ਸਸਤੇ ਭਾਅ ਜਾਨੀ ਟੈਕਸ ਟੁਕਸ ਘੱਟ ਲੱਗੇ ਕਿਵੇਂ ਭੇਜਿਆ ਜਾ ਸਕਦਾ ਉਹ ਖੋਲ ਕੇ ਦੱਸ ਦਿਓ ਕਿਉਂਕਿ ਬੱਚਿਆਂ ਦੀਆਂ ਫੀਸਾਂ ਬਹੁਤ ਜਾਂ ਚੀਕਾਂ ਨਿਕਲੀਆਂ ਲੋਕਾਂ ਦੀਆਂ ਬਿਲਕੁਲ ਅੱਜ ਕੱਲ੍ਹ ਇਸ ਚੀਜ਼ ਨੂੰ ਜ਼ਿਆਦਾ ਮਹਿਸੂਸ ਕੀਤਾ ਜਾਂਦਾ ਜੀ ਜਦੋਂ ਦੇ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਵਗੈਰਾ ਵਧੇ ਹੋਏ ਨੇ ਉਹ ਹਰ ਚੀਜ਼ ਦੇ ਤੋਂ ਉਹਦਾ ਇੰਪੈਕਟ ਬਾਅਦ ਚ ਤੁਸੀਂ ਮਹਿਸੂਸ ਕਰਦੇ ਹੋ ਉੱਥੇ ਰਹਿ ਕੇ ਬਹੁਤ ਦੇਰ ਪਹਿਲਾਂ ਲਿਬਰਲਾਈਜ਼ ਰੈਮਿਟੈਂਸ ਸਕੀਮ ਉਦੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਜਾਰੀ ਕੀਤੀ ਸੀ ਪਹਿਲਾਂ ਤੁਹਾਨੂੰ ਪਤਾ ਸੀ ਕ੍ਰਾਸ ਦਾ ਬਾਰਡਰ ਪੈਸਾ ਭੇਜਣਾ ਹੀ ਬਹੁਤ ਔਖਾ ਹੁੰਦਾ ਸੀ ਜੀ RBI ਦੇ ਕੋਲੋਂ ਪਰਮਿਸ਼ਨਸ ਲਵੋ ਅੱਛਾ ਪਹਿਲਾਂ ਹਾਂ ਪਰਮਿਸ਼ਨਸ ਨਹੀਂ ਸੀ ਮਿਲਦੀਆਂ ਹੁੰਦੀਆਂ ਜਲਦੀ ਕੀਤੇ ਕਿਉਂਕਿ ਹੁੰਦਾ ਇਹ ਸੀਗਾ ਵੀ ਇੱਕ ਦੇ ਨਾਲ ਦੂਜੀਆਂ ਇਨਕੁਆਰੀਆਂ ਵੀ ਖੜੀਆਂ ਹੁੰਦੀਆਂ ਸੀਗੀਆਂ ਇਸ ਕਰਕੇ ਲੋਕੀ ਪੈਸਾ ਵੀ ਘੱਟ ਭੇਜਦੇ ਸੀਗੇ ਫਿਰ ਉਹਨਾਂ ਨੇ LRS ਸਕੀਮ ਦੇ ਦਿੱਤੀ ਵੀ ਤੁਸੀਂ ਇਹਦੇ ਤਹਿਤ ਪੈਸਾ 2.5 ਲੱਖ $US ਤੱਕ ਵਿਦਆਊਟ ਪਰਮਿਸ਼ਨ ਆਫ RBI ਬੈਂਕਾਂ ਦੇ ਥਰੂ ਭੇਜ ਸਕਦੇ ਹੋ ਉਹ ਕਰੋੜ ਰੁਪਏ ਤੋਂ ਉੱਪਰ ਜਾਂਦਾ ਕਰੋੜ ਤੋਂ ਉੱਪਰ $US ਹੈ $US 2.5 ਲੱਖ ਹੈ ਅਗਰ ਅਸੀਂ ਉਹਨੂੰ ਐਕਸਚੇਂਜ ਕਰੀਏ ਕੈਨੇਡਾ ਦੇ ਵਿੱਚ ਲਾਈਏ ਉਹ $3 ਲੱਖ ਬਣ ਜਾਂਦਾ ਹੈ ਨਾ ਠੀਕ ਹੈ ਜੀ ਪਰ $2.5 ਲੱਖ $US ਤੱਕ ਦੀ ਸਾਡੇ ਇੰਡੀਅਨ ਰੈਜ਼ੀਡੈਂਟਸ ਨੂੰ ਇੱਕ ਤੇ ਅਸੀਂ ਨੋਟ ਕਰੀਏ ਜਿਹੜਾ LRS ਹੈ ਨਾ ਸਕੀਮ ਉਹ ਇੰਡੀਅਨ ਰੈਜ਼ੀਡੈਂਟ ਵਾਸਤੇ ਐਪਲੀਕੇਬਲ ਹੈ ਠੀਕ ਹੈ NRI ਦੀ ਨਹੀਂ ਉਹਦੇ ਵਿੱਚ ਆਉਂਦੇ ਠੀਕ ਹੈ ਜੀ ਨਾ ਹੀ ਉਹਨਾਂ ਨੂੰ ਉਹਦੇ ਥਰੂ ਉਹਦੇ ਪੈਸੇ ਜਾ ਸਕਦੇ ਨੇ ਜੀ
ਭੋਲੇਪਨ 'ਚ ਭੇਜ ਦੇਣਗੇ ਬੈਂਕਾਂ ਨੂੰ ਵੀ। ਕਈ ਵਾਰੀ ਮੈਂ ਜਿਹੜਾ ਮੇਰੀ ਆਪਣਾ ਪਰਸਨਲ ਤਜਰਬਾ ਹੈਗਾ, ਸਾਡੇ ਬੈਂਕ ਦੇ ਅਫੀਸ਼ੀਅਲਸ ਨੂੰ ਵੀ ਬਹੁਤਾ ਨੌਲੇਜ ਨਹੀਂ ਹੈ ਵੀ ਪੈਸੇ ਅਬਰੋਡ ਕਿੱਦਾਂ ਭੇਜਣੇ ਨੇ, ਕਿਹੜੀ ਕਿਹੜੀ ਸਕੀਮ 'ਚ ਜਾ ਸਕਦੇ ਨੇ। ਉਹ ਵਿਚਾਰੇ ਉੱਥੇ ਫਿਰ ਜਿਹੜੇ ਕਲਾਇੰਟ ਹੁੰਦੇ ਨੇ ਪਰੇਸ਼ਾਨ ਹੁੰਦੇ ਨੇ। ਇਹ LRS ਸਕੀਮ ਹੈਗੀ, ਲਿਬਰਾਈਜ਼ਡ ਰੈਮਿਟੈਂਸ ਸਕੀਮ। 2.5 ਲੱਖ US$ ਤੱਕ ਤੁਸੀਂ ਇੱਥੋਂ ਭੇਜ ਸਕਦੇ ਹੋ। ਭੇਜਣਾ ਕਾਹਦੇ ਵਾਸਤੇ ਹੁੰਦਾ? ਇੱਕ ਤਾਂ ਜਾਂ ਬੱਚਿਆਂ ਦੀ ਸਟੱਡੀ ਆ ਜੀ, ਤੁਹਾਡੇ ਉੱਥੇ ਬੱਚੇ ਪੜ੍ਹ ਰਹੇ ਨੇ, ਪੜ੍ਹਨ ਜਾਣਾ ਬੱਚਿਆਂ ਨੂੰ, ਉਹਦੇ ਵਾਸਤੇ ਪੈਸੇ ਚਾਹੀਦੇ ਨੇ। ਤੁਹਾਡੇ ਬੱਚੇ ਉੱਥੇ ਰਹਿ ਰਹੇ ਨੇ, ਉਹਨਾਂ ਦੀ ਐਸਟੈਬਲਿਸ਼ਮੈਂਟ ਵਾਸਤੇ, ਉਹਨਾਂ ਦੀ ਫੈਮਿਲੀ ਮੇਨਟੇਨੈਂਸ ਵਾਸਤੇ ਭੇਜਣੇ ਹੁੰਦੇ ਨੇ। ਕੋਈ ਮੈਡੀਕਲ ਟ੍ਰੀਟਮੈਂਟ ਵਾਸਤੇ ਜਾ ਰਹੇ ਨੇ, ਜਾਂ ਉਹਨਾਂ ਦਾ ਆਲਰੇਡੀ ਕੋਈ ਫੈਮਿਲੀ ਮੈਂਬਰ ਗਿਆ ਹੋਇਆ, ਪਿੱਛੋਂ ਪੈਸੇ ਭੇਜਣੇ ਨੇ। ਜਾਂ ਉਹਨਾਂ ਦੇ ਕਿਸੇ ਫੈਮਿਲੀ ਮੈਂਬਰਸ ਨੇ ਉੱਥੇ ਪ੍ਰਾਪਰਟੀ ਇਨਵੈਸਟਮੈਂਟ ਕਰਨੀ ਹੈ। ਦੂਜਾ ਇਹਦੇ 'ਚ ਇਹ ਵੀ ਕਵਰ ਹੈਗਾ ਵੀ ਮੈਂ ਸਪੋਜ਼ ਇੰਡੀਅਨ ਰੈਜ਼ੀਡੈਂਟ ਹਾਂ ਐਂਡ ਮੈਂ ਬਾਹਰ ਜਾ ਕੇ ਕੋਈ ਪ੍ਰਾਪਰਟੀ ਇਨਵੈਸਟ ਕਰਨਾ ਚਾਹੁੰਦਾ, ਮੈਂ ਵੀ ਕਰ ਸਕਦਾ ਉੱਥੇ, ਇਹ ਮੈਨੂੰ ਬੈਨ ਨਹੀਂ ਹੈ। ਉਹ ਜਿਹੜੇ ਪੈਸੇ ਜਾਣਗੇ ਉਹ ਸਬਜੈਕਟ ਟੂ LRS 'ਚ ਜਾਣਗੇ। 2020 ਦੇ ਵਿੱਚ ਗਵਰਨਮੈਂਟ ਨੇ ਇੱਕ ਸੈਕਸ਼ਨ 1G ਆਫ 206C ਪਾਤਾ। ਠੀਕ ਹੈ ਜੀ। 206C ਸੈਕਸ਼ਨ ਸਾਡਾ ਹੈਗਾ ਟੈਕਸ ਕਲੈਕਟਡ ਐਟ ਸੋਰਸ। ਇੱਕ ਤੇ TDS ਹੁੰਦਾ, ਟੈਕਸ ਡਿਡਕਟਡ ਐਟ ਸੋਰਸ। ਜੇ ਮੈਂ ਕਿਸੇ ਨੂੰ ਪੇਮੈਂਟ ਕਰਨੀ ਹੈ, ਅਗਰ ਉਹ TDS ਐਪਲੀਕੇਬਲ ਹੈ, ਜਿਹੜਾ ਰੇਟ 10%, 2%, 5% ਜੋ ਵੀ ਹੈਗਾ, ਮੈਂ ਵਿੱਚੋਂ ਉਨੀ ਕੱਟ ਕੇ ਉਹਨੂੰ ਪੇਮੈਂਟ ਕਰਾਂਗਾ। ਠੀਕ ਹੈ। TCS ਹੈਗਾ ਟੈਕਸ ਕਲੈਕਟਡ ਐਟ ਸੋਰਸ। ਕਈ ਜਿਹੜੀਆਂ ਸਾਡੀਆਂ ਇੱਥੇ ਇੰਡੀਆ ਦੇ ਵਿੱਚ ਟ੍ਰਾਂਜੈਕਸ਼ਨਸ ਹੈਗੀਆਂ ਨੇ, ਵੱਡੀਆਂ ਟ੍ਰਾਂਜੈਕਸ਼ਨਸ ਨੇ, ਸ਼ਰਾਬ ਦੇ ਠੇਕੇ ਲੈ ਲਓ, ਲੱਕੜ ਵਾਲੇ ਜਿਹੜੇ ਉਹਦੇ ਠੇਕੇ ਹੈਗੇ ਨੇ, ਉਹਨਾਂ ਸਾਰਿਆਂ ਦੇ ਉੱਤੇ TCS ਲੱਗਾ ਹੋਇਆ। 1IG ਜਿਹੜਾ ਸੈਕਸ਼ਨ 2C ਦਾ ਉਹਨਾਂ ਨੇ ਇਹਦੇ ਵਿੱਚ ਇੰਟਰੋਡਿਊਸ ਕਰਤਾ ਵੀ ਜਿਹੜੇ ਪੈਸੇ LRS ਦੇ ਵਿੱਚ ਸਕੀਮ ਦੇ ਵਿੱਚ ਕੋਈ ਇੰਡੀਅਨ ਰੈਜ਼ੀਡੈਂਟ ਬਾਹਰ ਭੇਜਦਾ, ਉਹਦੇ ਤੇ 5% TCS ਲੱਗੇਗਾ। 5% ਬੈਂਕ ਤੁਹਾਡੇ ਕੋਲੋਂ ਐਡੀਸ਼ਨਲ ਲਏਗਾ। ਜੇ ਮੈਂ ਲੱਖ ਰੁਪਈਆ ਭੇਜਣਾ ਤਾਂ 1,05,000 ਰੁਪਈਆ ਬੈਂਕ ਲਏਗਾ ਜੀ। ਆਪਣੇ ਚਾਰਜ ਚਲੋ ਜਿਹੜੇ ਥੋੜੇ ਬਾਤੇ ਉਹ ਅਲੱਗ ਲੈਣੇ ਨੇ ਉਹਨਾਂ ਨੇ, ਪਰ ਉਹ ਜਿਹੜਾ 5% TCS ਹੈ ਉਹ ਤੁਹਾਡੇ ਟੈਕਸ ਕ੍ਰੈਡਿਟ 'ਚ ਆ ਜਾਣਾ। ਠੀਕ ਹੈ ਜੀ। ਜੇ TDS ਮੇਰੇ ਆਉਂਦਾ, ਇੱਦਾਂ ਹੀ TCS ਆ ਜਾਂਦਾ, ਮੇਰੇ ਪੈਨ 'ਚ ਕ੍ਰੈਡਿਟ ਹੋ ਜਾਣਾ। ਸਬਸੀਕੁਐਂਟਲੀ ਮੈਂ ਜਦੋਂ ਆਪਣੀ ਰਿਟਰਨ ਫਾਈਲ ਕਰਨੀ ਹੈ ਤਾਂ ਮੈਨੂੰ ਉਹ 5% ਦਾ ਕਲੇਮ ਮਿਲ ਜਾਂਦਾ। ਪੂਰੇ ਦਾ ਪੂਰਾ 5% ਗਿਣਾ। ਮੇਰੀ ਸਪੋਜ਼ ਉੱਥੇ ਸਾਲ ਦੇ ਵਿੱਚ 10,000 ਰੁਪਈਆ ਮੇਰਾ TCS ਬੈਂਕ ਨੇ ਲੈ ਲਿਆ ਮੇਰੇ ਕੋਲੋਂ, ਐਂਡ ਮੈਂ ਜਦੋਂ ਰਿਟਰਨ ਭਰਨਾ, ਕਈ ਸਾਡੇ ਇੱਦਾਂ ਦੇ ਕਲਾਇੰਟਸ ਹੈਗੇ ਨੇ ਜਿਹੜੇ ਸਪੋਜ਼ ਪੈਨਸ਼ਨ ਵਾਲੇ ਨੇ, ਟੈਕਸ ਬਣਦਾ 2,000 ਰੁਪਈਆ ਜੀ, ਪੈਨਸ਼ਨ ਦਾ ਰਿਬੇਟ ਵਗੈਰਾ ਬਾਕੀ ਲੈ ਕੇ, ਉਹ 8,000 ਰੁਪਈਆ ਉਹਨਾਂ ਨੂੰ ਵਾਪਸ ਆ ਜਾਂਦਾ, 2 ਉਹਦੇ 'ਚ ਐਡਜਸਟ ਹੋ ਜਾਂਦਾ। ਇਸ ਕਰਕੇ TCS ਟੈਕਸ ਕਲੈਕਟਡ ਐਟ ਸੋਰਸ ਉਹ ਤੁਹਾਡਾ ਹੀ ਹੈ, ਪਰ ਇਹ ਹੈਗੇ ਐਡੀਸ਼ਨਲ ਕੋਲ ਉਹ ਦੇਣਾ ਪੈਂਦਾ, ਇੱਕ ਵਾਰੀ ਦੇਣਾ ਪੈਣਾ, ਫਿਰ ਆ ਜਾਂਦਾ। ਹਾਂ, ਬਾਅਦ 'ਚ ਆ ਜਾਂਦਾ। ਫਿਰ ਇੱਕ ਸੀਗਾ ਐਜੂਕੇਸ਼ਨ ਦਾ, ਜਿਹੜਾ ਜੇ ਤੇ ਤੁਸੀਂ ਐਜੂਕੇਸ਼ਨ ਦੇ ਪੈਸੇ ਭੇਜ ਦਿਓ ਬੱਚੇ ਦੇ ਕਿਸੇ ਫਾਈਨੈਂਸ਼ੀਅਲ ਇੰਸਟੀਚਿਊਟ ਤੋਂ ਲੋਨ ਲੈ ਕੇ। ਠੀਕ ਹੈ ਜੀ। ਫਿਰ ਜਿਹੜਾ TCS ਰੇਟ ਸੀਗਾ 0.5%। ਅੱਛਾ, ਜੇ ਆਪਾਂ ਬੈਂਕ ਲੋਨ ਲੈ ਲੈਨੇ ਕਿ ਸਟੱਡੀ ਲੋਨ ਆ ਸਾਡਾ, ਫਿਰ 0.5%। ਫਿਰ 0. ਬੈਂਕ ਨੇ ਜਿਹੜਾ ਬੈਂਕ ਨੇ ਤੁਹਾਨੂੰ ਲੋਨ ਦਿੱਤਾ ਜੀ, ਤੁਹਾਨੂੰ ਆਪਣੇ ਅਕਾਊਂਟ 'ਚ ਖਰਚਣ ਵਾਸਤੇ ਨਹੀਂ ਦੇਣਾ ਜੀ, ਉਹਨਾਂ ਨੇ ਇੰਸਟੀਚਿਊਟ ਨੂੰ ਰਿਮਿਟ ਕਰਨਾ ਡਾਇਰੈਕਟ। ਠੀਕ ਹੈ ਜੀ। ਉਹਦੇ ਜਿਹੜੇ ਪੈਸੇ ਹੋਣਗੇ ਉਹਦੇ ਤੋਂ ਉਹਨਾਂ ਨੇ 0.5% ਸਿਰਫ ਲੈਣਾ, ਬਹੁਤਾ ਨਹੀਂ ਲੈਣਾ, ਕਿਉਂਕਿ ਲੋਨ ਦੀ ਤੇ ਇੰਟਰਸਟ ਦੀ ਲਾਇਬਿਲਿਟੀ ਨਾਲ ਹੁੰਦੀ, ਉਹਨਾਂ ਨੇ ਇਸ ਕੀਤਾ। ਫਿਰ ਜਿਹੜੇ ਆਊਟਡੇਟ ਟੂਰ ਪੈਕੇਜ ਹੁੰਦੇ ਨੇ ਉਹਨਾਂ ਦੇ ਉੱਤੇ 20%। ਅੱਛਾ, 20%। ਹੁਣ ਗਵਰਨਮੈਂਟ ਨੇ ਸੋਚਿਆ ਵੀ ਰਿਮਿਟੈਂਸ ਬਹੁਤ ਜਾ ਰਹੀ ਹੈ ਜੀ, ਫਿਰ ਜਦ 2023 ਦਾ ਬਜਟ ਆ ਗਿਆ, ਉਸ ਬਜਟ ਦੇ ਵਿੱਚ ਇਹਨਾਂ ਨੇ ਕੀਤਾ ਜੀ ਨਹੀਂ, 5 ਨਹੀਂ, ਜਿਹੜੇ 5 ਵਾਲੇ ਨੇ 5 ਦੀ ਥਾਂ ਤੇ 20% TCS ਲੱਗੇਗਾ। ਜਾਣੀ ਜੇ 1 ਲੱਖ ਭੇਜਣਾ ਤਾਂ 1,20,000 ਦੇਣਾ, 1,20,000 ਬੈਂਕ ਨੂੰ ਦੇਣਾ ਪਏਗਾ। 20% ਤੁਹਾਡਾ TCS 1 ਲੱਖ ਦੇ ਉੱਤੇ ਹੋ ਗਿਆ। ਗਵਰਨਮੈਂਟ ਨੇ 2023 ਦੇ ਬਜਟ 'ਚ ਦਿੱਤਾ ਸੀਗਾ, ਉਹਦੀ ਐਪਲੀਕੇਬਿਲਿਟੀ ਉਹਨਾਂ ਨੇ ਕਹਿਤਾ ਜੀ ਅਸੀਂ 1 ਜੁਲਾਈ ਤੋਂ ਇਹ ਸਾਡਾ ਸੈਕਸ਼ਨ ਐਪਲੀਕੇਬਲ ਹੋਏਗਾ, ਇਨਕਰੀਜ਼ਡ TCS ਰੇਟ, ਜਿਹੜੀ ਲੰਘ ਚੁੱਕੀ। ਠੀਕ ਹੈ ਜੀ। ਤੇ ਮੇਰਾ ਖਿਆਲ ਹੈ ਜੂਨ ਦੇ ਵਿੱਚ ਵੀ ਬੜੀ ਰਿਮਿਟਨੈਂਸ ਗਈ ਹੋਣੀ ਹੈ, ਵੀ ਅੱਗੋਂ ਵੀ ਹੋ ਜਾਣਾ। ਜੋ ਸਾਡਾ ਤਜਰਬਾ ਹੈਗਾ ਵੀ ਕਾਫੀ ਰਿਮਿਟਨੈਂਸ ਗਈ ਹੈ, ਲੋਕਾਂ ਨੂੰ ਅਗਰ 4 ਮਹੀਨੇ ਬਾਅਦ ਵੀ ਪੈਸੇ ਚਾਹੀਦੇ ਨੇ ਉਹਨੂੰ ਉਦੋਂ ਹੀ ਭੇਜ ਦਿੱਤੇ। ਰਿਮਿਟਨੈਂਸ ਤੋਂ ਭਾਵ ਪੈਸੇ ਜਾਣੇ। ਠੀਕ ਹੈ ਜੀ। ਇੱਧਰੋਂ ਰਿਮਿਟ ਕਰਨੇ ਇੰਡੀਆ ਤੋਂ ਬਾਹਰ। ਫਿਰ ਗਵਰਨਮੈਂਟ ਨੇ, ਲੋਕਾਂ ਨੇ ਰਿਪਰੈਜ਼ੈਂਟ ਵੀ ਕੀਤਾ ਜੀ 20% ਬਹੁਤ ਹੈਗਾ, ਪਰ ਗਵਰਨਮੈਂਟ ਨੇ ਇਹ ਜਿਹੜਾ ਰੇਟ ਆਫ ਟੈਕਸ ਵਧਾਇਆ ਉਹਨੂੰ ਵਿਚਾਰ ਅਧੀਨ ਰੱਖ ਲਿਆ ਜੀ। ਤੇ ਡੇਟ ਜਿਹੜੀ ਸੀ, ਇਹਨਾਂ ਨੇ 30 ਜੂਨ ਨੂੰ ਇੱਕ ਨੋਟੀਫਿਕੇਸ਼ਨ ਭੇਜ ਦਿੱਤੀ ਵੀ ਜਿਹੜੀ ਉਹ 1 ਜੁਲਾਈ ਤੋਂ ਐਪਲੀਕੇਬਲ ਹੋਣਾ ਸੀ, ਉਹ ਹੁਣ 1 ਅਕਤੂਬਰ ਤੋਂ ਹੋਏਗਾ। ਠੀਕ ਹੈ ਜੀ। ਦੈਟ ਮੀਨ 30 ਸਤੰਬਰ ਤੱਕ, ਜਿਹੜੀ ਹੁਣ ਮਹੀਨਾ ਚੱਲਦਾ ਪਿਆ, ਅਸੀਂ ਉਸ ਪੀਰੀਅਡ ਦੇ ਵਿੱਚ ਹੀ ਲੰਘ ਰਹੇ ਹਾਂ। ਹਾਂ, ਉਸ ਪੀਰੀਅਡ 'ਚ ਲੰਘ ਰਹੇ ਪਏ ਹਾਂ। 30 ਸਤੰਬਰ ਤੱਕ ਸਾਡਾ
ਰੇਟ ਜਿਹੜਾ ਉਹ ਪੁਰਾਣੇ ਚੱਲਦੇ ਪਏ ਨੇ। ਠੀਕ ਹੈ ਜੀ, 5% ਵਾਲਾ ਉਹਨਾਂ 'ਚ ਕੋਈ ਫਰਕ ਨਹੀਂ ਪਿਆ। ਜੀ 5% ਦੀ 30 ਤੋਂ ਬਾਅਦ ਇਹ ਰੇਟ ਐਪਲੀਕੇਬਲ ਹੋ ਜਾਏਗਾ 20%, ਪ੍ਰੋਵਾਈਡਡ ਗਵਰਨਮੈਂਟ ਇਹਨੂੰ ਦੁਬਾਰਾ ਐਕਸਟੈਂਡ ਨਹੀਂ ਕਰਦੀ। ਜਾਂ ਜੇ ਉਹ ਨਵਾਂ ਕੋਈ ਆਦੇਸ਼ ਨਹੀਂ ਆਉਂਦਾ, ਨਵਾਂ ਆਦੇਸ਼ ਨਹੀਂ ਆਉਂਦਾ ਜਾਂ ਐਕਸਟੈਂਡ ਕਰੇ ਜਾਂ ਰੇਟ ਘਟਾਵੇ, ਕੋਈ ਨੋਟੀਫਿਕੇਸ਼ਨ ਆਵੇ, ਜੋ ਅੱਜ ਦੀ ਨੋਟੀਫਿਕੇਸ਼ਨ ਹੈਗੀ ਉਹ 1 ਅਕਤੂਬਰ ਤੋਂ ਐਪਲੀਕੇਬਲ ਹੋ ਜਾਣਾ। ਹੁਣ ਉਹ ਐਪਲੀਕੇਬਲ ਹੈ ਨਾ ਜਿਹੜਾ ਤੇ ਐਜੂਕੇਸ਼ਨ ਰੈਮਿਟੈਂਸ ਜਾਂਦੀ ਫਾਰ ਐਜੂਕੇਸ਼ਨ ਪਰਪਸ ਜੀ, ਉਹ ਸਾਡੀ ਉੱਦਾਂ ਹੀ ਹੈ 0.5% ਹੀ। ਪਰ ਜੇ ਲੋਨ ਲਿਆ 7 ਲੱਖ ਤੱਕ ਤੁਹਾਨੂੰ ਉਹਦੇ ਤੇ ਕੁਝ ਨਹੀਂ ਲੱਗੇਗਾ। ਜੇ ਲੋਨ ਲਿਆ, ਜੇ ਲੋਨ ਲਿਆ, ਠੀਕ ਹੈ ਜੀ, ਜੇ ਲੋਨ ਲਿਆ ਤਾਂ 7 ਲੱਖ ਤੱਕ ਤੁਹਾਨੂੰ ਕੁਝ ਨਹੀਂ ਲੱਗਣਾ। ਠੀਕ ਹੈ। ਪਿਛਲੀ ਨੋਟੀਫਿਕੇਸ਼ਨ 'ਚ ਉਹਨਾਂ ਨੇ ਕੀਤਾ ਸੀਗਾ ਵੀ 7 ਲੱਖ ਜਿਹੜੀ ਥ੍ਰੈਸ਼ਹੋਲਡ ਲਿਮਿਟ ਸੀ ਉਹ ਖਤਮ ਕਰਤੀ ਸੀ। ਅੱਛਾ ਜੀ। ਪਰ ਇਹਦੇ ਵਿੱਚ ਉਹਨਾਂ ਨੇ ਇਹ ਕਰਤਾ ਵੀ 7 ਲੱਖ ਥ੍ਰੈਸ਼ਹੋਲਡ ਲਿਮਿਟ ਤੁਹਾਡੀ ਸਟੈਂਡ ਰਹੇਗੀ। ਠੀਕ ਹੈ ਜੀ। ਹਰ ਵਾਸਤੇ। ਹੁਣ ਉਹਦੇ 'ਚ ਕੀ ਕੀਤਾ ਵੀ ਜੇ ਤੇ ਲੋਨ ਲਿਆ ਤੇ ਉਹੀ 7 ਲੱਖ ਤੱਕ ਦਾ ਕੋਈ ਟੈਕਸ ਨਹੀਂ ਲੱਗਣਾ, ਕੋਈ TCS ਨਹੀਂ ਲੈਣਾ ਬੈਂਕ ਨੇ ਜੀ। 7 ਸਾਲ ਇੱਕ ਮੈਂ ਪੂਰੀ ਕਲੀਅਰ ਕਰ ਦਿਆਂ, ਇਹ ਨਹੀਂ ਵੀ ਇੱਕ ਰਮੀਟਰ ਨੇ 7 ਲੱਖ ਸਾਲ ਦੇ ਵਿੱਚ ਮੈਂ 4 ਸਾਲ 'ਚ ਮੈਂ 4 ਵਾਰੀ ਭੇਜਣਾ ਵਾ, ਅਗਰ 7 ਤੋਂ ਵੱਧ ਗਈ 2-2 ਲੱਖ ਕਰਕੇ ਹੀ ਭੇਜਣਾ ਤੁਹਾਡੇ ਕੋਲੋਂ ਲੈ ਲਏਗਾ। ਫਿਰ ਉਹ ਸਾਰੇ ਦਾ ਲੈ ਲਏਗਾ? ਨਹੀਂ ਲਏਗਾ ਤੇ ਉਸੇ ਦਾ, ਕਿਉਂਕਿ ਹੁਣ ਠੀਕ ਕਈ ਵਾਰੀ ਕਈ ਲੋਕਾਂ ਦੇ 2-3 ਜਗ੍ਹਾ ਤੇ ਅਕਾਊਂਟ ਨੇ, ਇੱਕ ਕਾਲਮ ਭਰਨਾ ਹੁੰਦਾ, ਕਈ ਲੋਕ ਉਹ ਭਰਦੇ ਨਹੀਂ ਨਾ, ਬੈਂਕ ਵਾਲੇ ਪੁੱਛਦੇ ਨੇ, ਤੇ ਉਹ 7 ਤੋਂ ਅਗਰ ਇੱਕੋ ਬੈਂਕ ਤੋਂ ਭੇਜੋ, ਅਗਰ ਉਹ ਡੈਕਲੇਰੇਸ਼ਨ ਕਰੇਗਾ ਜੀ ਮੈਂ ਇਹ ਆਲਰੇਡੀ ਇੰਨੀ ਭੇਜ ਚੁੱਕਾ ਹਾਂ ਸਾਲ ਦੇ ਵਿੱਚ, ਤਾਂ ਦੇਖ ਲੈਣਗੇ 7 ਤੋਂ ਵੱਧ ਹੈ ਤਾਂ ਤੁਹਾਡਾ ਉੱਪਰਲੀ ਅਮਾਊਂਟ ਦਾ ਕੱਟਣਗੇ, 7 ਦਾ ਨਹੀਂ ਕੱਟਣਗੇ। ਇਦਾਂ ਹੀ ਹੁਣ ਉਹਨਾਂ ਨੇ ਕੀਤਾ ਵੀ ਜਿਹੜਾ ਮੈਡੀਕਲ ਦਾ ਆ ਉਹਦੇ ਤੇ 5% ਆ। ਠੀਕ ਹੈ ਜੀ। 7 ਲੱਖ ਦੀ ਜਿਹੜੀ ਥ੍ਰੈਸ਼ਹੋਲਡ ਲਿਮਿਟ ਸਟੈਂਡ ਕਰਦੀ ਹੈ ਉਹਦੇ ਤੇ ਟੈਕਸ ਨਹੀਂ, TCS ਨਹੀਂ ਪਏਗਾ। ਅਦਰ ਪਰਪਸ ਵਾਸਤੇ ਮੈਂ ਭੇਜਣਾ, ਹੁਣ ਅਦਰ ਪਰਪਸ ਅਸੀਂ ਆ ਜਾਈਏ ਵੀ ਐਜੂਕੇਸ਼ਨ ਤੇ ਹੈ ਨਹੀਂ ਜੀ। ਅਦਰ ਪਰਪਸ ਵਿੱਚ ਐਜੂਕੇਸ਼ਨ ਵੀ ਗਿਣੀ ਜਾਂਦੀ ਹੈ ਇੱਥੇ। ਉਹ ਐਜੂਕੇਸ਼ਨ ਦਾ ਖਰਚਾ ਜਿਹੜਾ ਮੈਂ ਲੋਨ ਨਹੀਂ ਲਿਆ, ਹਾਂ ਵੈਸੇ ਸੇਵਿੰਗ ਵਿੱਚ ਪਿਆ, ਮੇਰੇ ਘਰ ਪਿਆ ਹੈਗਾ, ਮੈਂ ਆਪਣੇ ਕੋਲ ਕੱਢ ਕੇ ਬੱਚੇ ਨੂੰ ਭੇਜ ਦਿੱਤਾ, ਜ਼ਮੀਨ ਵੇਚੀ ਹੈ, ਉਹਦੇ ਉੱਤੇ ਵੀ ਇਹਨਾਂ ਨੇ 20% ਕਰਤਾ। ਠੀਕ ਹੈ ਜੀ। ਮੈਂ ਇੱਕ ਰੋਕਾਂ ਜੀ ਤੁਹਾਨੂੰ। ਜੀ ਜੀ। ਜਿਵੇਂ ਤੁਸੀਂ ਕਿਹਾ ਸੀ ਕਿ 5% ਵੱਧ ਦਿੱਤਾ ਤੇ ਉਹ ਵਾਪਸ ਮੁੜਨਾ, ਕੀ ਇਹ 20% ਵੀ ਵਾਪਸ ਮੁੜਨਾ? ਹਾਂਜੀ, ਉਹ ਮੈਂ ਇਹ ਸਾਰਾ ਕੰਪਲੀਟ ਕਰਕੇ ਉਹ ਵੀ ਬਿਲਕੁਲ ਨਾਲ ਕਲੀਅਰ ਕਰਾਂਗਾ। ਮੈਨੂੰ ਸੀ ਵੀ ਮੈਨੂੰ ਸਾਹ ਜਾਂ ਤਾਂ ਆਵੇ। ਉਹ 20% ਉਹਨਾਂ ਨੇ 1 ਅਕਤੂਬਰ ਤੋਂ ਕਰ ਦਿੱਤਾ। ਠੀਕ ਹੈ ਜੀ। ਫਿਰ ਜਿਹੜਾ ਅਦਰ ਰੈਮਿਟੈਂਸ ਆਉਂਦਾ ਉਹੀ ਹੈ ਵੀ ਜੇ ਮੈਂ ਆਪਣੀ ਇਨਵੈਸਟਮੈਂਟ ਬਾਹਰ ਕਰਨੀ ਹੈ, ਭੇਜਣ ਵਾਲਾ ਬੰਦਾ ਕਰਦਾ ਹੈ, ਜਾਂ ਉਹਨੇ ਬੱਚਿਆਂ ਨੂੰ ਆਪਣੇ ਮਕਾਨ ਲੈ ਕੇ ਦੇਣਾ ਉਹਦੇ ਵਾਸਤੇ ਕਰਦਾ ਹੈਗਾ, ਜਾਂ ਜਨਰਲ ਫੈਮਿਲੀ ਮੇਨਟੇਨੈਂਸ ਵਾਸਤੇ ਵੀ ਭੇਜਣਾ ਅਦਰ ਦੈਨ ਐਜੂਕੇਸ਼ਨ, ਤੇ ਉਹਦਾ 20% ਹੋ ਗਿਆ। 7 ਲੱਖ ਤੱਕ TCS ਨਹੀਂ ਹੋਏਗਾ ਜੀ। 7 ਤੋਂ ਉੱਪਰ ਦਾ 1 ਅਕਤੂਬਰ ਤੋਂ 20% ਹੋ ਜਾਏਗਾ। ਇੱਕ ਆ ਗਿਆ ਇੰਟਰਨੈਸ਼ਨਲ ਟੂਰ ਪ੍ਰੋਗਰਾਮ ਪੈਕੇਜ ਅਸੀਂ ਲੈਂਦੇ ਹਾਂ ਜੀ, ਉਹਦੇ ਉੱਤੇ ਹੋ ਗਿਆ 5%। ਜੇ 7 ਲੱਖ ਤੱਕ ਆ, ਉਹਦੀ ਥੋੜੀ ਜਿਹੀ ਲੈਂਗੁਏਜ ਅਲੱਗ ਆ। ਠੀਕ ਹੈ ਜੀ। ਉਹ ਹੈਗਾ ਵੀ ਜੇ ਤੁਸੀਂ 7 ਲੱਖ ਦਾ ਕਰੰਸੀ ਤੁਹਾਨੂੰ ਐਕਸਚੇਂਜ ਕਰਨੀ ਹੈ ਬਾਹਰ ਜਾਣ ਵਾਸਤੇ, ਟਿਕਟ ਤੇ ਇੱਥੇ ਪੈਸੇ ਦੇ ਦਿੰਦੇ ਹਾਂ ਅਸੀਂ, ਬਾਹਰ ਜਾਣ ਪ੍ਰੋਗਰਾਮ ਜਿੱਦਾਂ ਹੁਣ ਕੰਪਨੀਆਂ ਕਰਦੀਆਂ ਨੇ ਪ੍ਰੋਗਰਾਮ, ਟੂਰ ਪ੍ਰੋਗਰਾਮ 15 ਦਿਨ ਦਾ ਟੂਰ ਯੂਰਪ ਦਾ ਲਾਇਆ, ਟਿਕਟ ਦੇ ਤੁਸੀਂ ਪੈਸੇ ਇੱਥੋਂ ਦੇ ਦਿੰਦੇ ਹੋ। ਜਿਹੜੀ ਉਹਨਾਂ ਨੇ ਮਨੀ ਐਕਸਚੇਂਜ ਕਰਨੀ ਹੁੰਦੀ ਹੈ, ਜੇ ਤੇ 7 ਲੱਖ ਤੱਕ ਆ ਤੇ 5%। ਠੀਕ ਹੈ। ਅਗਰ ਉਹ 7 ਤੋਂ ਵੱਧ ਹੀ ਹੈ ਤੇ 20%। ਠੀਕ ਹੈ ਜੀ। ਉਹਦੇ ਤੇ ਤੁਹਾਨੂੰ ਉਹਦੇ ਤੇ 20% TCS ਦੇਣਾ ਪਏਗਾ। ਹੁਣ ਤੁਸੀਂ ਕੀਤਾ ਸੀਗਾ ਜੀ 20% ਵੀ ਜਿਹੜਾ ਹੈਗਾ ਨਾ ਉਹਦਾ TCS ਹੀ ਹੈ, ਟੈਕਸ ਕਲੈਕਟਡ ਐਟ ਸੋਰਸ, ਉਹ ਅਲਟੀਮੇਟਲੀ ਤੁਹਾਡੇ ਪੈਨ ਦੇ ਵਿੱਚ ਕ੍ਰੈਡਿਟ ਮਿਲੇਗਾ। ਠੀਕ ਹੈ। ਤੇ ਤੁਸੀਂ ਆਪਣੀ ਜਿਹੜੀ ਟੈਕਸ ਲਾਇਬਿਲਿਟੀ ਉਹਦੇ ਨਾਲ ਸੈਟ ਆਫ ਕਰ ਸਕਦੇ ਹੋ। ਹੁਣ WhatsApp ਇੱਕ ਬੜਾ ਨਕੂਨਾ ਇਹਦੇ 'ਚ ਹੈਗਾ, ਕਈ ਲੋਕ ਜਾਂਦੇ ਨੇ, ਸਾਡੇ ਪਿੰਡਾਂ 'ਚੋਂ ਭਰਾ ਜਾਂਦੇ ਨੇ ਪੈਸੇ ਭੇਜਣ ਜਾਣਾ, ਉਹ ਕਹਿੰਦੇ ਪੈਨ ਲਿਆ ਜੀ, ਪੈਨ ਉਹਨਾਂ ਕੋਲ ਹੁੰਦਾ ਨਹੀਂ, ਉਹਦੀ ਰਿਮਿਟੈਂਸ ਰੋਕ ਨਹੀਂ ਸਕਦੇ। ਠੀਕ ਹੈ ਜੀ। ਪਰ ਟੈਕਸ TCS ਡਬਲ ਲਾ ਦਿੰਦੇ ਨੇ। ਅੱਛਾ, 20 ਜਾਂ 40 ਹੋ ਸਕਦਾ? 20 ਦਾ 40 ਜੀ, 5 ਦਾ 10। ਠੀਕ ਹੈ ਜੀ। ਜੇ ਅਸੀਂ ਮੰਨ ਲਓ ਐਜੂਕੇਸ਼ਨ ਕਰਨਾ ਜੀ, ਮੇਰੇ ਕੋਲ ਪੈਨ ਹੈ ਨਹੀਂ, ਤੇ ਉਹਦੇ ਵਾਸਤੇ ਉਹ 5 ਦੀ ਥਾਂ ਤੇ 10% ਲੱਗੇਗਾ ਜੀ। ਜਿਹੜਾ 20% ਉਹਦੀ ਥਾਂ ਤੇ 40% ਲੱਗੇਗਾ। ਫਿਰ ਪੈਨ ਵਿਦਆਊਟ ਪੈਨ ਦੇ ਜਿਹੜੇ ਅਸੈਸੀ ਨੇ ਜੀ, ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਇਹ ਪਤਾ ਉਹਦੇ ਕੋਲ ਪੈਨ ਹੈ ਨਹੀਂ, ਇਹਨੇ ਰਿਟਰਨ ਭਰਨੀ ਕੋਈ ਨਹੀਂ, ਇਹਦੀ ਪਤਾ ਨਹੀਂ ਹੋਰ ਕਿੰਨੀ ਇਨਕਮ ਹੈ ਜਿਹੜੀ ਇਹ ਡਿਕਲੇਅਰ ਨਹੀਂ ਕਰਦਾ, ਵੀ ਇਸ ਕਰਕੇ ਉਹ ਆਪਣਾ ਰੈਵਨਿਊ ਪ੍ਰੋਟੈਕਟ ਕਰਨ ਵਾਸਤੇ ਵਿਦਆਊਟ ਪੈਨ ਵਾਲੀ ਜੇ ਰਿਮਿਟੈਂਸ ਆ ਉਹਦਾ ਰੇਟ ਡਬਲ ਹੈ। ਠੀਕ ਹੈ ਜੀ। ਇਸ ਕਰਕੇ ਸਾਨੂੰ ਲਕੂਨਾ ਧਿਆਨ ਰੱਖਣਾ ਚਾਹੀਦਾ। ਕਈ ਵਾਰੀ ਬੈਂਕ 'ਚ ਜਾ ਕੇ ਅਸੀਂ ਲੜ ਪੈਂਦੇ ਆ ਵੀ ਨਹੀਂ ਦੇਣਾ ਪੈਨ, ਉਹ ਸਾਡਾ ਕਈ ਪ੍ਰੋਗਰਾਮ ਸੁਣਦੇ ਹੋਣਗੇ ਜੀ 5% ਹੈ, ਉਹਨਾਂ ਨੇ ਤੇ 5% ਕਿਹਾ ਸੀਗਾ ਜੀ, ਹੈ ਨਾ। ਇਸ ਕਰਕੇ ਹੈਗਾ ਵੀ ਇਹ ਜਿਹੜਾ ਹੈਗਾ ਹਰ ਵਿਅਕਤੀ ਨੂੰ ਪੈਨ ਲੈਣਾ ਜ਼ਰੂਰੀ ਹੈ ਜੇ ਕੋਈ ਰਿਮਿਟੈਂਸ ਜਾਂਦੀ ਹੈ, ਕਿਉਂਕਿ ਪੈਨ ਵਾਸਤੇ ਲੋਕੀ ਡਰਦੇ ਨੇ ਜੀ ਮੈਂ ਪੈਨ ਲੈ ਲਿਆ ਤੇ ਮੈਨੂੰ ਰਿਟਰਨ ਭਰਨੀ ਪਏਗੀ। ਅਸੀਂ ਅੱਗੇ ਵੀ ਆਪਣੇ ਪ੍ਰੋਗਰਾਮ ਦੱਸਦੇ ਹਾਂ ਵੀ ਪੈਨ ਲੈਣ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਰਿਟਰਨ ਭਰਨੀ ਜ਼ਰੂਰੀ ਹੈ ਜੀ। ਰਿਟਰਨ ਭਰਦਿਆਂ ਸੀ ਇਨਕਮ ਟੈਕਸ ਐਕਟ ਦੇ ਅੰਡਰ,
ਇਨਕਮ ਟੈਕਸ ਐਕਟ ਦਾ 139 ਸੈਕਸ਼ਨ ਇਹ ਕਹਿੰਦਾ ਵੀ ਜੇ ਤੁਹਾਡੀ ਸਾਰੇ ਸੋਰਸਸ ਤੋਂ ਇਨਕਮ ਜਿਹੜੀ ਆਮਦਨ ਆ ਰਹੀ ਹੈ ਉਹ ਟੈਕਸੇਬਲ ਕੁਆਂਟਮ ਤੋਂ ਉੱਪਰ ਹੈ ਜੀ, ਟੈਕਸੇਬਲ ਕੁਆਂਟਮ ਸਾਡੇ ਜਨਰਲ ਅਸੈਸੀ ਉਹਨਾਂ ਦਾ 2.5 ਲੱਖ ਆ ਜੀ, ਤੇ ਜਿਹੜੇ ਹੈਗੇ ਨੇ ਸੀਨੀਅਰ ਜੀ। ਉਹਨਾਂ ਦਾ 3 ਲੱਖ ਆ 60 ਸਾਲ ਤੋਂ ਉੱਪਰ, ਜਿਹੜੇ 80 ਸਾਲ ਤੋਂ ਉੱਪਰ ਅਸੈਸੀ ਨੇ ਉਹਨਾਂ ਦਾ 5 ਲੱਖ ਹੈ। 5 ਲੱਖ। ਦੈਟ ਮੀਨ ਤੁਹਾਡੀ ਅਗਰ ਇਨਕਮ ਉਸ ਤੋਂ ਘੱਟ ਬਣਦੀ ਹੈ ਤੁਸੀਂ ਰਿਟਰਨ ਨਾ ਭਰੋ, ਤੁਹਾਡਾ ਕੋਈ ਵਾਇਲੇਸ਼ਨ ਨਹੀਂ। ਕੋਈ ਜੀ, ਵਾਇਲੇਸ਼ਨ ਜੀ। ਨਹੀਂ ਹੈ। ਸੋ ਇਹ ਹੈਗਾ ਇੱਕ ਤੇ ਟੈਕਸ ਕਲੈਕਸ਼ਨ ਜਿਹੜੀ ਹੈਗੀ, ਹੁਣ ਪਤਾ ਨਹੀਂ ਸਰਕਾਰ ਨੇ ਕੀ ਸੋਚ ਕੇ ਕੀਤਾ ਇਹਦੇ ਨਾਲ। ਜਿਹੜਾ ਹੁਣ ਜਿਹੜੇ ਲੋਕ ਰਿਮਿਟੈਂਸ ਜ਼ਿਆਦਾ ਭੇਜਦੇ ਸੀਗੇ ਹੁਣ ਵੀ ਭੇਜਣਗੇ। ਅਗਰ ਹਾਇਰ ਰਿਮਿਟੈਂਸ ਜਾਂਦੀ ਹੈ, ਜੋ ਅਸੀਂ ਇਹਨੂੰ ਸਟੱਡੀ ਕਰਦੇ ਆ, ਸਪੋਜ਼ ਮੈਂ ਕਹਿੰਦਾ ਜੀ ਮੈਂ 50 ਲੱਖ ਰੁਪਈਆ ਭੇਜਿਆ ਜੀ, ਉਹਨਾਂ ਦਾ 10 ਲੱਖ ਬਲਾਕ ਹੋ ਗਿਆ, ਉਹ ਕਹਿੰਦੇ ਜੀ ਕੋਈ ਗੱਲ ਨਹੀਂ। ਜਿਹੜਾ 50 ਲੱਖ ਬੰਦਾ ਭੇਜ ਰਿਹਾ ਦੈਟ ਮੀਨ ਉਹਦੀ ਇਨਕਮ ਤਾਂ ਕਰੋੜ ਹੋਏਗੀ ਜੀ, 60 ਹੋਏਗੀ 70 ਲੱਖ ਹੋਏਗੀ। ਜੇ 50 ਉਹਦੇ ਕੋਲ ਤਾਂ ਹੀ ਭੇਜ ਰਿਹਾ ਨਾ, ਉਹਨੂੰ ਜਿਹੜਾ ਇੱਥੇ 50 ਤੇ ਉੱਤੇ ਟੈਕਸ ਦੇਣਾ ਜਨਰਲ ਇਨਕਮ ਆਪਣੀ ਦਾ ਉਹ ਨਹੀਂ ਜਮ੍ਹਾਂ ਕਰਾਏਗਾ ਜੀ, ਕਿਉਂਕਿ TCS TDS ਐਜ਼ ਗੁੱਡ ਐਜ਼ ਐਡਵਾਂਸ ਟੈਕਸ ਵੀ ਉਹ ਵਾਪਸ ਆਉਣੇ ਹੀ ਆ, ਉਹ ਵਾਪਸ ਆਉਣਾ ਹੀ ਵਾਪਸ ਆਉਣਾ ਹੈ। ਹੀ। ਕਿਉਂਕਿ ਜੇ ਮੈਂ TCS TDS ਮੇਰੇ ਤੇ ਨਹੀਂ ਐਪਲੀਕੇਬਲ ਕਿਸੇ ਤੇ, ਮੈਂ ਆਪਣੀ ਜਿਹੜੀ ਇੱਥੇ ਰਿਟਰਨ ਭਰਨੀ ਉਹਦਾ ਮੈਂ ਐਡਵਾਂਸ ਟੈਕਸ ਦੇਣਾ ਹੁੰਦਾ। ਜੀ, ਸਾਲ 'ਚ 4 ਕਿਸ਼ਤਾਂ ਮੈਂ ਜਮ੍ਹਾਂ ਕਰਾਉਣਾ, 15 ਜੂਨ ਨੂੰ, 15 ਸਤੰਬਰ ਨੂੰ, 15 ਦਸੰਬਰ ਨੂੰ ਤੇ 15 ਮਾਰਚ ਨੂੰ। ਜੀ। ਉਹ ਵੰਡ ਦਿੰਦੇ ਨੇ। ਜੇ ਮੇਰਾ 10 ਲੱਖ ਬਣਦਾ ਤਾਂ ਮੈਂ ਇਦਾਂ 4 ਕਿਸ਼ਤਾਂ 'ਚ ਦੇਣਾ। 2.5 ਵੀ ਨਹੀਂ, ਉਹ 15% ਪਹਿਲਾਂ, ਫਿਰ 30% ਇਸ ਤਰ੍ਹਾਂ ਚੱਲਦੇ ਨੇ। ਉਹ ਜਿਹੜਾ ਸਿਆਣਾ ਵਿਅਕਤੀ ਉਹ ਕਹੇਗਾ ਠੀਕ ਹੈ ਜੀ ਤੁਸੀਂ ਲੈ ਲਿਆ ਮੇਰਾ 20% ਰੱਖੋ ਆਪਣੇ ਕੋਲ, ਮੈਂ ਅੱਗੋਂ ਐਡਵਾਂਸ ਟੈਕਸ ਨਹੀਂ ਜਮ੍ਹਾਂ ਕਰਾਵਾਂਗਾ। ਉਹੀ ਅਸੀਂ ਵੀ ਕਈ ਵਾਰੀ ਸੋਚਦੇ ਹਾਂ ਵੀ ਪਤਾ ਨਹੀਂ ਕਿਹੜੀ ਸੋਚ ਲੈ ਕੇ ਕੀਤੀ, ਉਧਰੋਂ ਐਡਵਾਂਸ ਘੱਟ ਜਾਣਾ ਜੀ, ਆਪਣਾ। ਐਡਵਾਂਸ ਕਰ ਦੇਣਾ। ਸੋ ਇਹਦੇ 'ਚ ਦੋ ਚੀਜ਼ਾਂ ਇਹ ਹੈਗੀਆਂ ਨੇ ਵੀ ਇਹ ਜਿਹੜਾ ਰੇਟ ਵਧਿਆ ਹੈਗਾ ਹੁਣ 1 ਅਕਤੂਬਰ ਤੋਂ ਐਪਲੀਕੇਬਲ ਹੋ ਸਕਦਾ ਜੀ, ਅਨਟਿਲ ਐਂਡ ਅਨਲੈਸ ਗਵਰਨਮੈਂਟ ਕੋਈ ਇਹਦੀ ਨੋਟੀਫਿਕੇਸ਼ਨ ਫਾਰ ਐਕਸਟੈਂਸ਼ਨ ਨਾ ਦੇਵੇ ਜੀ, ਜਾਂ ਰੇਟ ਘਟਾਉਣ ਦੀ ਨਾ ਦੇਵੇ। ਜੋ ਵੀ ਹਾਲਾਤ ਹੋਣਗੇ ਸਾਨੂੰ ਇਹ ਨੋਟ ਕਰ ਲਓ, ਜੀ। ਜਿੱਦਾਂ ਪਹਿਲਾਂ 30 ਜੂਨ ਨੂੰ ਪਤਾ ਲੱਗਾ ਸੀਗਾ ਜੀ ਵੱਧ ਗਿਆ, ਇਹ ਵੀ 30 ਸਤੰਬਰ ਨੂੰ ਪਤਾ ਲੱਗਣਾ। ਠੀਕ ਹੈ। ਛਾਬੜਾ ਸਾਹਿਬ ਮੇਰੇ ਨਾ 4 ਛੋਟੇ ਸਵਾਲ ਨੇ। ਜੀ। ਮੈਂ ਕਿਉਂਕਿ ਮੈਂ ਪਿੰਡ ਵਾਲਾ ਤੇ ਮੈਂ ਪਿੰਡ ਵਾਲੇ ਦੇ ਹਿਸਾਬ ਨਾਲ ਸਵਾਲ ਪੁੱਛਣੇ ਆ, ਸਾਨੂੰ ਕਲੀਅਰ ਹੋ ਜਾਵੇ। ਪਹਿਲੀ ਗੱਲ ਕਿ ਜੇ ਸਰਕਾਰ ਨਵਾਂ ਹੁਕਮ ਜਾਰੀ ਨਹੀਂ ਕਰਦੀ ਫਿਰ 1 ਅਕਤੂਬਰ ਤੋਂ ਇਹ ਲਾਗੂ ਹੋ ਜਾਊਗਾ। ਫਿਰ ਇਹਦਾ ਮਤਲਬ ਹੈ ਕਿ ਮੰਨ ਲਓ ਕੋਈ ਬੱਚਾ ਉੱਥੇ ਬੈਠਾ ਹੈ, ਕਿਉਂਕਿ ਥੋੜੀ ਜਿਹੀ ਮੰਦੀ ਆ, ਰਸੈਸ਼ਨ ਆ, ਕਈ ਵਾਰੀ ਬੱਚਿਆਂ ਕੋਲ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਕੰਮ ਥੋੜੇ ਜਿਹਾ ਘਟਿਆ। ਜੇ ਇੱਕ ਬੱਚਾ ਕਹਿੰਦਾ ਕਿ ਮੈਨੂੰ ਡੈਡੀ 4000 ਰੁਪਈਆ ਭੇਜ ਦਿਓ, 4000 ਡਾਲਰ ਸੌਰੀ, ਕਿ ਮੇਰੇ ਫੀਸ ਤੇ ਘਟਦੇ ਆ, ਇੱਧਰ 2 ਲੱਖ ਮੰਨ ਲਓ ਬਣ ਗਿਆ, 2.25 ਲੱਖ। ਹੁਣ ਉਹ 2 ਲੱਖ ਰੁਪਈਆ ਇੱਕ ਵਿਅਕਤੀ ਵਿਸ਼ੇਸ਼ ਨੇ ਆਪਣੀ ਬੱਚੀ ਜਾਂ ਬੱਚੇ ਦੇ ਖਾਤੇ 'ਚ ਟ੍ਰਾਂਸਫਰ ਕਰਨਾ, ਤੇ ਇਹਦਾ ਮਤਲਬ ਕਿ ਉਹਨੂੰ ਫਿਰ 2,40,000 ਲੈ ਕੇ ਜਾਣਾ ਪਊਗਾ। 40,000 ਉਹਦਾ ਫਿਰ ਬਲੌਕ ਹੋ ਜਾਊਗਾ। ਅੱਛਾ, ਇੱਥੇ ਹੀ ਅਗਲਾ ਸਵਾਲ ਹੈ। ਅਗਲਾ ਸਵਾਲ ਇਹ ਹੈ ਕਿ ਜੇ ਉਹਦੇ ਕੋਲੇ ਪੈਨ ਨਹੀਂ, ਜੇ ਤਾਂ ਪੈਨ ਹੈਗਾ ਉਹ ਰਿਟਰਨ ਭਰ ਦੂਗਾ ਤਾਂ ਵਾਪਸ ਆ ਜਾਣਗੇ, ਜੇ ਪੈਨ ਨਹੀਂ ਹੈਗੇ ਤਾਂ ਫਿਰ ਵਾਪਸ ਨਹੀਂ ਆਉਣੇ। ਜਦ ਪੈਨ ਹੀ ਨਹੀਂ, ਹਾਂਜੀ, ਤੁਸੀਂ ਰਿਟਰਨ ਨਹੀਂ ਭਰ ਸਕਦੇ। ਰਿਫੰਡ ਕਲੇਮ ਤੇ ਅਸੀਂ ਇਨਕਮ ਟੈਕਸ ਦੇ ਰਿਟਰਨ 'ਚ ਕਰਨਾ ਜੀ, ਦੈਟ ਮੀਨ ਤੁਹਾਡਾ ਪੈਸਾ ਗਿਆ। ਇਹ ਬੜਾ ਇੰਪੋਰਟੈਂਟ ਸਵਾਲ ਇਸ ਕਰਕੇ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਵਿਦੇਸ਼ ਗਏ ਉਹਨਾਂ ਦੇ ਮਾਪੇ ਟੈਕਸ ਨਹੀਂ ਭਰਦੇ, ਉਹ ਰਿਟਰਨ ਨਹੀਂ ਭਰਦੇ, ਚਾਹੇ ਟੈਕਸ ਦੇਣਾ ਜਾਂ ਨਹੀਂ ਦੇਣਾ। ਇਹਦਾ ਮਤਲਬ ਹੈ ਕਿ ਜੇ ਤੁਸੀਂ 5% ਕਟਾਇਆ ਚਾਹੇ 20% ਕਟਾਇਆ, ਰਿਟਰਨ ਭਰਿਓ, ਵਾਪਸ ਨਹੀਂ ਆਣਾ ਜੇ ਤੁਹਾਡੇ ਕੋਲ ਪੈਨ ਨਹੀਂ ਹੋਏਗਾ ਜੀ। ਇਹਦਾ ਮਤਲਬ ਰਿਟਰਨ ਜ਼ਰੂਰ ਭਰ ਲਓ ਜੀ। ਇੱਕ ਮੈਂ ਐਡਵਾਈਸ ਦੇਵਾਂਗਾ, ਸ਼ਾਇਦ ਤੁਹਾਡੇ ਦਿਮਾਗ 'ਚ ਵੀ ਇਹ ਸਵਾਲ ਆ ਗਿਆ ਹੋਣਾ, ਜਿਹੜਾ ਕਰਾਂਗਾ ਵੀ ਜਿਨ੍ਹਾਂ ਨੇ ਅਕਤੂਬਰ ਨਵੰਬਰ 'ਚ ਫੀਸਾਂ ਜਮ੍ਹਾਂ ਕਰਾਉਣੀਆਂ ਨੇ ਜੀ, ਉਹਨਾਂ ਵਾਸਤੇ ਐਡਵਾਈਜ਼ਰ ਵਾਲਾ ਵੀ 30 ਸਤੰਬਰ ਤੋਂ ਪਹਿਲਾਂ ਭੇਜ ਦਿਓ। ਠੀਕ ਹੈ। ਉਹ ਐਕਸਪੈਕਟਡ ਜਿਹੜਾ 20% ਹੈ ਉਸ ਤੋਂ ਬਚਣ ਵਾਸਤੇ, ਜੇ ਕਿਸੇ ਵਿਅਕਤੀ ਨੂੰ ਉੱਦਾਂ ਪੈਸੇ ਚਾਹੀਦੇ ਨੇ ਤੇ ਉੱਥੇ ਰਿਜ਼ਰਵ ਰੱਖਣੇ ਹੋਣ ਤੇ 30 ਸਤੰਬਰ ਤੱਕ ਸਾਡੇ ਕੋਲ ਚਾਂਸ ਹੈਗਾ, ਅਸੀਂ ਪੁਰਾਣੇ 5% ਭੇਜ ਸਕਦੇ ਹਾਂ। ਅੱਛਾ ਛਾਬੜਾ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਦੱਸਿਓ, ਮੰਨ ਲਓ ਕਿ ਆ ਸੈਪਟੈਂਬਰ ਦੇ ਵਿੱਚ ਕਿਸੇ ਨੇ 2 ਲੱਖ ਭਾਰਤੀ ਰੁਪਈਏ ਭੇਜੇ ਜੀ, ਅਕਤੂਬਰ 'ਚ ਭੇਜੇ, ਮੰਨ ਲਓ ਉਹ ਅਕਤੂਬਰ 'ਚ ਭੇਜੇ ਤਾਂ ਉਹਦਾ 40,000 ਨਾਲ ਹੋਰ ਚਲਾ ਗਿਆ, ਹੈਗਾ ਉਹਦਾ ਹੀ ਆ। ਕਿਤੇ ਕੋਈ ਬੰਦਾ ਇਹ ਸੋਚ ਕੇ ਨਾ ਬੈਠਾ ਰਹੇ ਮੈਂ ਪੈਨ ਦਿੱਤਾ ਸੀ ਤਾਂ ਮੇਰੇ ਪੈਸੇ ਵਾਪਸ ਆ ਜਾਣੇ, ਪੈਨ ਨਾਲ ਨਹੀਂ ਆਉਣੇ, ਰਿਟਰਨ ਭਰਨ ਨਾਲ, ਉਹਦੀ ਰਿਟਰਨ ਭਰਨੀ ਪੈਣੀ ਹੈ। ਹਾਂ, ਉਹਦੇ ਲਈ ਚਾਰਟਰਡ ਅਕਾਊਂਟੈਂਟ ਕੋ ਵਕੀਲ ਸਾਹਿਬ ਕੋ ਜਾਣਾ ਪਊਗਾ ਜੀ, ਜਾਨੀ ਘਰੇ ਬੈਠੇ ਨਹੀਂ ਭਰਨੀ, ਜਾਂ ਉਹਨਾਂ ਨੂੰ ਇਹ ਨਾ ਲੱਗੇ ਕਿ ਆਟੋਮੈਟਿਕਲੀ ਮੈਂ ਤਾਂ ਪੈਨ ਦੇਤਾ ਵਾਪਸ ਆ ਜਾਣੇ, ਇਦਾਂ ਨਹੀਂ ਹੈਗਾ ਨਾ। ਉਹ ਕਦੋਂ ਭਰਨੀ ਹੁੰਦੀ ਹੈ? WhatsApp ਇਦਾਂ ਹੈਗਾ, ਜਿਹੜੀ ਰਿਟਰਨ ਭਰਨ ਦਾ ਤੇ ਗਵਰਨਮੈਂਟ ਵੈਸੇ ਹੀ ਕਰਦੀ ਹੈ ਜੀ। ਤੁਸੀਂ ਆਨਲਾਈਨ ਆਪਣੀ ਰਿਟਰਨ ਭਰ ਦਿਓ। ਜੇ ਆਨਲਾਈਨ ਬੰਦਾ ਥੋੜਾ ਪੜ੍ਹਿਆ ਲਿਖਿਆ, ਥੋੜਾ ਉਹਦਾ ਪਰਿਵਾਰ ਦੇ ਬੱਚੇ ਜਾਣਦੇ ਨੇ ਜੀ, ਤੇ ਉਹਨਾਂ ਦੀ ਸਾਈਟ ਤੇ ਜਾ ਕੇ ਆਪਣੇ ਆਪ ਵੀ ਭਰ ਸਕਦੇ ਆ। ਰਿਟਰਨ ਭਰਨੀ ਹੁੰਦੀ ਹੈ ਸਾਡੀ ਇੱਥੇ ਇੰਡੀਆ ਦੇ ਵਿੱਚ ਰਿਟਰਨ ਦਾ ਪੀਰੀਅਡ ਜਿਹੜਾ ਫਾਈਨੈਂਸ਼ੀਅਲ ਗਿਣਿਆ ਜਾਂਦਾ ਉਹ April to March ਹੈ। April to March, ਠੀਕ ਹੈ ਜੀ। ਮਾਰਚ ਖਤਮ ਹੁੰਦਿਆਂ ਤੁਹਾਡੀ ਰਿਟਰਨ ਸ਼ੁਰੂ ਹੋ ਜਾਂਦੀ ਭੇਜਣੀ। ਕਈ ਵਾਰੀ ਗਵਰਨਮੈਂਟ ਵੱਲੋਂ ਇਹ ਆਉਂਦਾ ਲੱਗਦਾ ਵੀ ਜਿਹੜੇ ਫਾਰਮ ਕੋਈ ਅਮੈਂਡ ਕਰਨੇ ਨੇ, ਨੋਟੀਫਿਕੇਸ਼ਨ ਆਉਂਦੇ ਉਹਦੀ ਟਾਈਮ ਲੱਗ ਜਾਂਦਾ ਜੀ। ਸੈਕੰਡ ਰਿਟਰਨਾਂ ਜਿਹੜੇ ਵਿਚਾਰੇ ਲੋਕ ਲੇਟ ਭਰਦੇ ਨੇ ਉਹਨਾਂ ਦਾ ਰੀਜ਼ਨ ਇੱਕ ਇਹ ਵੀ ਹੁੰਦਾ ਵੀ ਉਹਨਾਂ ਦੇ ਟੈਕਸ ਕੱਟੇ ਹੁੰਦੇ ਨੇ।
ਸਾਡੇ ਇੰਡੀਆ ਦੇ ਵਿੱਚ ਹੈਗਾ ਵੀ ਜਿਹੜੀ ਰਿਟਰਨ ਮੈਂ ਤੁਹਾਡਾ ਟੈਕਸ ਕੱਟ ਲਿਆ 31 ਮਾਰਚ ਤੱਕ ਜੋ ਮੈਂ ਤੁਹਾਨੂੰ ਦੇਣਾ ਸੀ ਉਹਦਾ ਟੈਕਸ ਕੱਟ ਲਿਆ। ਜਦੋਂ ਬੈਂਕਾਂ ਨੇ ਤੁਹਾਨੂੰ ਵਿਆਜ ਦੇਣਾ ਹੁੰਦਾ, ਵਿਆਜ ਤੇ ਟੈਕਸ ਕੱਟਣਾ, ਉਹ ਕੱਟ ਲੈਂਦੇ ਨੇ। ਕੱਟ ਕੇ ਉਹਨਾਂ ਨੇ ਜਿਹੜੀ TDS ਜਮ੍ਹਾਂ ਕਰਾਉਣਾ ਉਹਦੀ ਰਿਟਰਨ ਉਹਨਾਂ ਨੇ ਟਾਈਮ ਦਿੱਤਾ ਹੋਇਆ ਵੀ ਤੁਸੀਂ ਮਹੀਨੇ 'ਚ ਜਮ੍ਹਾਂ ਕਰਾਓ। ਰਿਟਰਨ ਫਾਈਲ ਕਰੋ 31 ਮਈ ਤੱਕ। ਦੈਟ ਮੀਨ ਅਗਲਾ ਕਹੇਗਾ ਮੈਂ ਤਾਂ 31 ਮਈ ਤੱਕ ਹੀ ਕਰਾਂਗਾ। 31 ਮਈ ਦੀ ਰਿਟਰਨ TDS ਦੀ ਭਰਨਗੇ, ਜਾ ਕੇ ਜੂਨ 'ਚ ਅਪਡੇਟ ਹੋਏਗੀ। ਤੁਹਾਡੀ ਰਿਟਰਨ ਮਜਬੂਰਨ ਤੁਹਾਨੂੰ ਜੂਨ 'ਚ ਭਰਨੀ ਪੈਂਦੀ ਹੈ। ਠੀਕ ਹੈ ਜੀ। ਤੇ ਜੂਨ ਤੋਂ ਬਾਅਦ ਸਾਡੀਆਂ ਐਕਚੁਅਲ ਰਿਟਰਨਾਂ ਜਿਹੜੀਆਂ ਨੇ, ਜਿਹੜੀਆਂ ਕਲੇਮ ਵਾਲੀਆਂ ਨੇ, ਟੈਕਸ ਵਾਲੀਆਂ ਨੇ, TDS ਵਾਲੀਆਂ ਨੇ, ਉਹ ਜੂਨ ਤੋਂ ਬਾਅਦ ਹੀ ਸ਼ੁਰੂ ਹੁੰਦੀਆਂ। ਠੀਕ ਹੈ ਜੀ। ਵੈਸੇ ਜਿਹੜਾ ਬਾਈ ਲਾਅ ਹੈਗਾ ਸਾਡਾ ਥਿਓਰੈਟੀਕਲੀ ਉਹ 1 ਅਪ੍ਰੈਲ ਤੋਂ ਅਸੀਂ ਐਲੀਜੀਬਲ ਹਾਂ ਰਿਟਰਨ ਫਾਈਲ ਕਰਨ ਦੇ। ਲਾਸਟ ਡੇਟ 31 ਜੁਲਾਈ ਹੁੰਦੀ ਹੈ। ਠੀਕ ਹੈ ਜੀ। ਇੱਕ ਛਾਬੜਾ ਸਾਹਿਬ ਮੈਨੂੰ ਹੋਰ ਥੋੜੀ ਚੀਜ਼ ਦੱਸੋ, ਇਹਦਾ ਮਤਲਬ ਕਿ ਹੋ ਸਕਦਾ ਕਿ 10 ਮਹੀਨੇ ਤੁਹਾਨੂੰ ਉਹ 40,000 ਰੁਪਈਆ ਨਾ ਮਿਲੇ, ਨਾ ਮਿਲੇ, ਜਾਨੀ 10 ਮਹੀਨੇ ਦੇ ਲਈ ਉਹ ਪੈਸੇ ਥੋੜੇ ਬਲੌਕ ਨੇ। ਜੀ। ਅੱਛਾ, ਇੱਕ ਚੀਜ਼ ਛਾਬੜਾ ਸਾਹਿਬ ਹੋਰ ਦੱਸਿਓ ਕਿ ਉਧਰ ਕਿਸੇ, ਇਹ ਤਾਂ ਬੱਚਿਆਂ ਦੀ ਫੀਸ ਦਾ ਮਸਲਾ ਹੋ ਗਿਆ, ਉਧਰ ਮੰਨ ਲਓ ਕਿਸੇ ਨੇ ਘਰ ਲੈਣਾ, ਜਾਨੀ ਇਹ ਚੀਜ਼ਾਂ ਸਾਰੀਆਂ ਕਿਹਨਾਂ ਤੇ ਅਪਲਾਈ ਹੁੰਦੀਆਂ? NRIs ਤੇ ਵੀ ਅਪਲਾਈ ਹੁੰਦੀਆਂ ਜਾਂ ਇਕੱਲੇ ਭਾਰਤੀ ਜਿਹੜੇ ਨਾਗਰਿਕ ਨੇ ਉਹਨਾਂ ਤੇ ਅਪਲਾਈ ਹੁੰਦੀਆਂ? ਬਾਟ ਸਾਹਿਬ ਅਸੀਂ ਸ਼ੁਰੂ ਤੋਂ ਵੀ ਇਹ ਕਰ ਦਿੱਤਾ ਸੀ ਕਲੀਅਰ ਜੀ। LRS ਜਿਹੜੀ ਸਕੀਮ ਹੈ ਉਹ NRI ਤੇ ਐਪਲੀਕੇਬਲ ਨਹੀਂ ਹੈ। ਠੀਕ ਹੈ ਜੀ। ਅਗਰ ਕੋਈ NRI ਆਂਦਾ ਉਹਨੇ ਆਪਣੇ ਪੈਸੇ ਭੇਜਣੇ ਨੇ, ਉਹ NRO ਅਕਾਊਂਟ 'ਚ ਉਹਦੇ ਪੈਸੇ ਜਮ੍ਹਾਂ ਹੋਣਗੇ ਜੀ। ਆਪਣੇ ਅਕਾਊਂਟ 'ਚੋਂ ਆਪਣੇ ਅਕਾਊਂਟ 'ਚ ਭੇਜੇਗਾ ਅਬਰਾਡ, ਕੈਨੇਡਾ ਭੇਜੇ, ਅਮਰੀਕਾ ਭੇਜੇ, ਆਸਟ੍ਰੇਲੀਆ ਭੇਜੇ, ਉਹਦਾ ਆਪਣਾ ਅਕਾਊਂਟ ਉੱਥੇ ਹੋਣਾ ਚਾਹੀਦਾ। ਇੱਥੇ NRO ਹੋਣਾ ਚਾਹੀਦਾ। ਅਗਰ NO 'ਚ ਜਿਹੜੀ ਕੋਈ ਰਿਮਿਟਨੈਂਸ ਆਈ ਹੈ NRO 'ਚ ਅਗਰ ਉਹਦਾ ਟੈਕਸ ਬਣਦਾ, ਉਹ ਟੈਕਸ ਲਾਇਬਿਲਿਟੀ ਡਿਸਚਾਰਜ ਹੋਣੀ ਚਾਹੀਦੀ ਹੈ, ਜਿਹਦੇ ਵਾਸਤੇ ਫਾਰਮ 15C A C B ਪ੍ਰਸਕ੍ਰਾਈਬ ਕੀਤੇ ਨੇ ਗਵਰਨਮੈਂਟ ਨੇ ਜੀ। 15C A ਪਾਰਟੀ ਆਪ ਭਰਦੀ ਹੈ, 15C B ਚਾਰਟਰਡ ਅਕਾਊਂਟੈਂਟ ਸਾਈਨ ਕਰਦਾ, ਹਾਂਜੀ ਇਹਦੀ ਇਹ ਇਨਕਮ ਸੀਗੀ ਇਸ ਸਾਲ ਜਿਹਨੇ ਟੈਕਸ ਭਰ ਦਿੱਤਾ ਜੀ, ਜਾਂ ਕੋਈ TDS ਹੈਗਾ ਸੀ ਤੇ ਇਹਨੇ ਆਪਣੀ ਡਿਊਟੀ ਪੂਰੀ ਕਰ ਦਿੱਤੀ ਹੈ ਤੇ ਹੀ ਇਜ਼ ਅਲਾਉਡ। ਉਹ ਬੈਂਕ ਨੂੰ ਦਿਓਗੇ ਫਾਰਮ, ਤੁਹਾਡੇ ਕੋਲੋਂ ਕੋਈ TCS ਨਹੀਂ ਲਏਗਾ ਤੇ ਬੈਂਕ ਤੁਹਾਡੇ ਉੱਦਾਂ ਹੀ ਪੈਸੇ ਸਿੱਧੇ ਤੁਹਾਡੇ ਅਕਾਊਂਟ 'ਚ ਭੇਜੇਗਾ। LRS ਜਿਹੜੀ ਸਕੀਮ ਹੈ ਉਹ ਮੈਂ ਆਪਣੇ ਅਕਾਊਂਟ 'ਚੋਂ ਦੂਜੇ ਬੰਦੇ ਨੂੰ ਭੇਜਣਾ। ਠੀਕ ਹੈ ਜੀ। ਮੇਰਾ ਬੇਟਾ ਹੋ ਸਕਦਾ, ਅੱਗੇ ਮੇਰਾ ਉੱਥੇ ਬਾਪ ਹੋ ਸਕਦਾ, ਮੇਰੀ ਸਿਸਟਰ ਹੋ ਸਕਦੀ ਹੈ, ਮੈਂ ਥਰਡ ਪਰਸਨ ਨੂੰ ਵੀ ਭੇਜ ਸਕਦਾ ਪੈਸੇ ਜੀ। ਉਹਦੇ ਤੇ ਐਪਲੀਕੇਬਲ ਇਹ LRS ਸਕੀਮ ਦਾ ਜਿਹੜਾ TCS ਹੈਗਾ ਸਿਰਫ ਇੰਡੀਅਨ ਸਿਟੀਜ਼ਨ ਐਂਡ ਇੰਡੀਅਨ ਰੈਜ਼ੀਡੈਂਟ ਤੇ ਜੀ, ਕਿਉਂਕਿ ਸਿਟੀਜ਼ਨ ਤੇ ਰੈਜ਼ੀਡੈਂਟ 'ਚ ਵੀ ਟੈਕਸ 'ਚ ਫਰਕ ਆ ਜਾਂਦਾ ਜੀ। ਇਹ ਦੋਨਾਂ ਤੇ ਹੈ ਵੀ ਜਿਹੜੇ ਇੰਡੀਅਨ ਸਿਟੀਜ਼ਨ ਹੈ ਨਾ, ਇੰਡੀਅਨ ਰੈਜ਼ੀਡੈਂਟ ਨੇ ਜੀ, ਉਹਨਾਂ ਤੇ। ਇੱਕ ਛਾਬੜਾ ਸਾਹਿਬ ਇੱਕ ਦੋ ਸਵਾਲ ਹੀ ਹੋਰ ਨੇ ਜੋ ਪੇਸ਼ ਕੀਤੇ ਗਏ ਬਜਟ ਦੇ ਵਿੱਚ, ਜਿੱਦਾਂ ਕਿਹਾ ਗਿਆ ਸੀ ਕਿ 1 ਜੁਲਾਈ ਤੋਂ ਅਪਲਾਈ ਹੋਣਾ, ਪਰ ਉਹਨਾਂ ਨੇ ਕਿਹਾ ਕਿ ਐਪਲੀਕੇਬਲ ਆਪਾਂ ਅਕਤੂਬਰ ਤੋਂ ਕਰ ਦਿਆਂਗੇ। ਜੇ ਇਹਦੇ ਵਿੱਚ ਹੁਣ ਕੋਈ ਤਬਦੀਲੀ ਨਹੀਂ ਆਉਂਦੀ, ਜੇ ਕਿਸੇ ਬੱਚੇ ਨੇ ਜਨਵਰੀ ਇਨਟੇਕ ਦੇ ਵਿੱਚ ਉੱਥੇ ਦਾਖਲਾ ਲੈਣਾ, ਉਹਨੂੰ ਅਗਲੇ ਕਹਿੰਦੇ ਜੀ ਅਕਤੂਬਰ ਦੇ ਵਿੱਚ ਫੀਸ ਜਮ੍ਹਾਂ ਕਰਾ ਦਿਓ, ਜੇ ਉਹਦੀ ਫੀਸ ਹੁੰਦੀ ਆ 10 ਲੱਖ ਰੁਪਏ ਭਾਰਤੀ, ਤਾਂ ਕੀ ਜਦੋਂ ਅਸੀਂ ਸਿੱਧੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਨੂੰ ਫੀਸ ਜਮ੍ਹਾਂ ਕਰਾਵਾਂਗੇ ਉਸ 10 ਲੱਖ ਦੇ ਉੱਪਰ ਵੀ 2,20% ਦੇ ਹਿਸਾਬ ਨਾਲ ਦੇਣਾ? ਮੈਂ ਤਾਂ ਪਹਿਲਾਂ ਵੀ ਕਲੀਅਰ ਕੀਤਾ ਹੈ ਵੀ ਜਿੱਦਾਂ ਅਸੀਂ ਲੋਨ ਲੈਣਾ ਹੈ ਬੈਂਕ ਤੋਂ, ਤੇ ਬੈਂਕ ਨੇ ਲੋਨ ਸੈਂਕਸ਼ਨ ਕਰਤਾ ਜੀ, ਤੁਹਾਨੂੰ ਅਕਾਊਂਟ 'ਚ ਪੈਸੇ ਨਹੀਂ ਟ੍ਰਾਂਸਫਰ ਕਰਨੇ, ਉਹਨਾਂ ਨੇ ਕਾਲਜ ਦੇ ਐਡਰੈਸਿਸ ਮੰਗਣੇ ਨੇ ਜੀ, ਉਹਨਾਂ ਦੀ ਡਿਟੇਲ ਮੰਗਣੀਆਂ ਨੇ, ਬੈਂਕ ਨੇ ਡਾਇਰੈਕਟਲੀ ਰਿਮਿਟ ਕਰਕੇ ਉੱਥੇ ਤੇ ਤੁਹਾਨੂੰ ਉਹਦਾ ਦੱਸ ਦੇਣਾ, ਲਓ ਜੀ ਤੁਹਾਡੇ ਪੈਸੇ ਚਲੇ ਗਏ, ਉਹ ਐਂਡੋਸਮੈਂਟ ਆ ਜਾਂਦੀ, ਉਦੋਂ ਵੀ ਉਹ ਪੈਸੇ TCS ਕੱਟਦਾ। ਠੀਕ ਹੈ ਜੀ। TCS ਕੱਟਦਾ ਅਕਾਊਂਟ ਹੋਲਡਰ ਦਾ ਜੀ। ਸਪੋਜ਼ ਮੈਂ ਆਪਣੇ ਬੱਚਿਆਂ ਵਾਸਤੇ ਲੋਨ ਲਿੱਤਾ ਤੇ ਮੇਰੇ ਅਕਾਊਂਟ 'ਚ TDS ਕੱਟਿਆ ਜਾ, TCS ਕੱਟਿਆ ਜਾ, ਲੈਣਾ ਉਹਨੇ ਅਲੱਗ ਕਰਨਾ, ਉਹ ਜਿਹੜਾ TCS ਹੈ ਮੈਨੂੰ ਬਾਅਦ 'ਚ ਮੈਂ ਹੀ ਕਲੇਮ ਕਰਨਾ। ਬਿਲਕੁਲ ਠੀਕ ਹੈ ਜੀ। ਉਹ ਸਿਰਫ ਇਹ ਹੈਗਾ TCS ਭਾਵੇਂ ਕੋਈ ਵੀ ਭੇਜੇ, ਜਿੱਦਾਂ ਮੈਂ ਦੱਸਿਆ ਵੀ ਇੱਕ ਬੰਦਾ, ਇੱਕ ਪਰਿਵਾਰਕ ਮੈਂਬਰ ਆਪਣੇ ਦੂਜੇ ਪਰਿਵਾਰਕ ਮੈਂਬਰ ਨੂੰ ਪੈਸੇ ਉਧਰ ਭੇਜਦਾ, ਉਹਦੇ ਉੱਤੇ TCS ਐਪਲੀਕੇਬਲ ਆ, ਭਾਵੇਂ ਬੈਂਕ ਥਰੂ ਡਾਇਰੈਕਟ ਜਾਵੇ ਜੀ, ਬੈਂਕ ਲੋਨ ਦੇਵੇ ਉਹਦੇ 'ਚੋਂ ਜਾਵੇ, ਜਾਂ ਮੇਰਾ ਜਿਹੜਾ ਬੈਂਕ ਅਕਾਊਂਟ ਆ ਬੰਦੇ ਦਾ ਜੀ ਉਹਦੇ 'ਚੋਂ ਜਾਵੇ, ਉਹਦੇ 'ਚ ਉਹਨਾਂ ਨੇ ਬੈਂਕ ਨੇ TCS ਤੁਹਾਡੇ ਕੋਲ ਲੈਣਾ। ਠੀਕ ਹੈ ਜੀ। ਛਾਬੜਾ ਸਾਹਿਬ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ, ਕਿਉਂਕਿ ਮੈਨੂੰ ਤਾਂ ਹਰ ਵਾਰੀ ਨਵੀਂ ਜਾਣਕਾਰੀ ਤੁਹਾਡੇ ਤੋਂ ਮਿਲਦੀ ਹੁੰਦੀ ਹੈ। ਅੱਜ ਕੀ ਮਿਲੀ? ਅੱਜ ਤਾਂ ਸਾਰਾ ਕੁਝ ਹੀ ਮਿਲ ਗਿਆ ਜੀ, ਸਾਰਾ ਕੁਝ ਹੀ ਮਿਲ ਗਿਆ, ਕਿਉਂਕਿ ਸਾਨੂੰ ਪਹਿਲਾਂ NRI ਤੇ ਉਹ ਸਮਝ ਨਹੀਂ ਆਉਂਦੀ ਹੁੰਦੀ ਕਿ ਭਾਈ NRI ਕਿਹੜਾ ਹੈਗਾ, ਤੇ ਆਪਾਂ ਵੈਸੇ ਇੱਕ ਪ੍ਰੋਗਰਾਮ 'ਚ ਬੜਾ ਡਿਟੇਲ 'ਚ ਦੱਸਿਆ ਡਿਟੇਲ 'ਚ। ਤੇ ਛਾਬੜਾ ਸਾਹਿਬ ਬਹੁਤ ਧੰਨਵਾਦ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਸੋ ਐਡਵੋਕੇਟ ਦਲਜੀਤ ਸਿੰਘ ਛਾਬੜਾ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਸੀ ਤੇ 2-3 ਚੀਜ਼ਾਂ ਬੜੀਆਂ ਕਲੀਅਰ ਨੇ ਕਿ ਜੇ ਭਾਰਤ ਸਰਕਾਰ ਕੋਈ ਨਵਾਂ ਹੁਕਮ ਜਾਰੀ ਨਹੀਂ ਕਰਦੀ ਤਾਂ ਫਿਰ ਤੁਸੀਂ ਜੇ 30 ਸੈਪਟੈਂਬਰ ਤੋਂ ਬਾਅਦ ਬੈਂਕ ਜਾਂਦੇ ਹੋ, ਆਪਣੇ ਬੱਚੇ ਦੀ ਫੀਸ ਭਰਨ ਦੇ ਲਈ ਜਾਂਦੇ ਹੋ, ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੈਸੇ ਭੇਜਦੇ ਹੋ, ਤਾਂ ਫਿਰ ਭਾਈ ਲੱਖ ਦੇ ਮਗਰ 20,000 ਰੁਪਈਆ ਤੁਹਾਡੇ ਕੋਲ ਐਕਸਟਰਾ ਚਾਹੀਦਾ। ਤੇ ਦੂਸਰੀ ਗੱਲ, ਇਹ ਵਾਪਸ ਆ ਸਕਦੇ ਆ, ਭਾਵੇਂ 5% ਹੈ ਭਾਵੇਂ 20%, ਪਰ ਤੁਹਾਡੇ ਕੋਲੇ ਪੈਨ ਚਾਹੀਦਾ ਤੇ ਤੁਹਾਡੇ ਕੋਲ ਤੁਸੀਂ ਰਿਟਰਨ ਭਰਨੀ ਆ ਤੇ ਉਹਦੇ ਵਿੱਚ ਕਲੇਮ ਕਰਨੇ ਆ, ਸਰਕਾਰ ਨੇ ਬੂਹਾ ਖੜਕਾ ਕੇ ਦੇਣੀ ਉਹਨੇ।
ਤੇ ਜੇ ਤੁਹਾਡਾ ਕੋਈ ਸਵਾਲ ਹੋਵੇ, ਕੋਈ ਚੀਜ਼ ਨਾ ਸਮਝ ਆਈ ਹੋਵੇ, ਤੇ ਥੱਲੇ ਇੱਕ ਕਮੈਂਟ ਬਾਕਸ ਹੁੰਦਾ ਟਿੱਪਣੀਆਂ ਕਰਨ ਦੇ ਲਈ, ਉਹਦੇ ਵਿੱਚ ਆਪਣਾ ਸਵਾਲ ਸਾਫ਼ ਸੁਥਰੇ ਸ਼ਬਦਾਂ 'ਚ ਲਿਖ ਦਿਓ। ਆਪਣਾ ਛਾਬੜਾ ਸਾਹਿਬ ਨੂੰ ਇੱਕ ਵਾਰੀ ਦੁਬਾਰਾ ਫੇਰ ਕਹਿ ਦੇਣਾ ਜੀ, ਇੱਕ ਵਾਰੀ ਪੌੜੀਆਂ ਚੜ੍ਹਿਆ ਤੇ ਆਪਾਂ ਫਿਰ ਗੱਲਬਾਤ ਫੇਰ ਕਰ ਲਾਂਗੇ। ਸੋ ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।